ਹੈਲੋ ਦੋਸਤੋ, ਸਵਾਗਤ ਹੈ ਤੁਹਾਡੇ ਸਭ ਦਾ ਹੀ ਰੇਸ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਜੀ। ਸੋ ਦੋਸਤੋ, ਅੱਜ ਤਰੀਕ ਹੈ ਜੀ 18 ਜਨਵਰੀ। ਸੋ ਅੱਜ ਆਪਾਂ ਗੱਲਬਾਤ ਕਰਾਂਗੇ ਜੀ 17 ਅਤੇ 18 ਜਨਵਰੀ ਦੀਆਂ ਜਿੰਨੀਆਂ ਵੀ ਇੰਪੋਰਟੈਂਟ ਕਰੰਟ ਅਫੇਅਰ ਨਿਊਜ਼ ਬਣ ਗਈਆਂ, ਬਿਲਕੁਲ ਪੰਜਾਬੀ ਦੇ ਵਿੱਚ ਆਪਾਂ ਇਸ ਕਲਾਸ ਵਿੱਚ ਕਵਰ ਕਰਾਂਗੇ ਜੀ। ਸੋ ਜਿਹੜੇ ਕਿ ਹੁਣ ਤੁਹਾਡੇ ਪੰਜਾਬ ਦੇ ਸਾਰੇ ਐਗਜ਼ਾਮਾਂ ਲਈ ਮੋਸਟ ਇੰਪੋਰਟੈਂਟ ਰਹਿਣ ਵਾਲੀ ਹੈ ਜੀ, ਠੀਕ ਹੈ। ਸੋ ਡੇਲੀ ਇਸ ਕਲਾਸ ਨੂੰ ਜ਼ਰੂਰ ਦੇਖਿਆ ਕਰੋ। ਨਾਲ ਕੋਸ਼ਿਸ਼ ਕਰਦੇ ਹੁੰਦੇ ਆ ਵੀ ਜਿੰਨੇ ਵੀ ਸਟੈਡੀ ਫੈਕਟ ਆਪਣੇ ਯਾਦ ਹੋਣ ਸਾਰੇ ਆਪਾਂ ਨਾਲ ਉਹ ਵੀ ਕਵਰ ਕਰੀਏ, ਠੀਕ ਹੈ ਨਾ। ਸੋ ਮੋਸਟ ਇੰਪੋਰਟੈਂਟ ਕਲਾਸ ਹੁੰਦੀ ਹੈ ਜੀ। ਸੋ ਇਸ ਕਲਾਸ ਨੂੰ ਡੇਲੀ ਜ਼ਰੂਰ ਦੇਖਿਆ ਕਰੋ, ਇਸ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਤੁਹਾਡੇ ਸੰਗੀ ਸਾਥੀ ਵੀ ਇਸ ਚੈਨਲ ਤੋਂ ਆਪਣੇ ਵਧੀਆ ਤਰੀਕੇ ਨਾਲ ਕਰੰਟ ਅਫੇਅਰ ਜਿਹੜੀ ਆਪਣੀ ਪ੍ਰਪੇਅਰ ਕਰ ਸਕਣ, ਠੀਕ ਹੈ ਨਾ। ਸੋ ਤੁਸੀਂ ਸ਼ੇਅਰ ਜ਼ਰੂਰ ਕਰਿਆ ਕਰੋ, ਇੱਕ ਕਲਾਸ ਨੂੰ ਲਾਈਕ ਵੀ ਜ਼ਰੂਰ ਕਰ ਦੇਣਾ ਇੱਕ ਵਾਰੀ, ਠੀਕ ਹੈ ਨਾ। ਸੋ ਬਿਨਾਂ ਕਿਸੇ ਦੇਰੀ ਤੋਂ ਜੀ ਹੁਣ ਆਪਾਂ ਸ਼ੁਰੂ ਕਰ ਦਿਆਂਗੇ। ਸਭ ਤੋਂ ਪਹਿਲਾਂ ਗੱਲ ਕਰਾਂਗੇ ਅੱਜ ਦੇ ਆਪਣੇ ਫਸਟ ਕੁਐਸਚਨ ਬਾਰੇ ਜੀ। ਫਸਟ ਕੁਐਸਚਨ ਮੋਸਟ ਇੰਪੋਰਟੈਂਟ ਰਹਿਣ ਵਾਲਾ ਗਾ ਔਰ ਗੱਲ ਕਰਦੇ ਹਾਂ ਫਸਟ ਕੁਐਸਚਨ ਬਾਰੇ ਜੀ। ਕਹਿੰਦੇ ਦ ਕੰਟਰੀਜ਼ ਫਸਟ ਏਅਰ ਟੈਕਸੀ ਸਰਵਿਸ ਹੈਜ਼ ਸਟਾਰਟਡ ਬਿਟਵੀਨ ਵਿਚ 2 ਸਿਟੀਜ਼। ਦੇਖੋ ਜੀ, ਇੱਕ ਗੱਲ ਤਾਂ ਦੇਸ਼ ਦੀ ਇਹ ਪਹਿਲੀ ਸਰਵਿਸ ਹੈ, ਠੀਕ ਹੈ ਨਾ। ਔਰ ਸਰਵਿਸ ਹੈਗੀ ਕੀ ਆ ਏਅਰ ਟੈਕਸੀ ਸੇਵਾ ਕਿਹੜੇ 2 ਸ਼ਹਿਰਾਂ ਦੇ ਵਿਚਕਾਰ ਜਿਹੜੀ ਹੁਣ ਸ਼ੁਰੂ ਹੋਈ ਹੈ ਆਪਣੇ ਦੇਸ਼ ਦੀ। ਅਤੇ ਸ਼ਹਿਰਾਂ ਦੇ ਨਾਮ ਯਾਦ ਰੱਖਣੇ ਜੀ। ਹਿਸਾਰ ਤੋਂ ਚੰਡੀਗੜ੍ਹ ਦੇ ਵਿਚਕਾਰ ਇਹ ਸੇਵਾ ਨੂੰ ਸ਼ੁਰੂ ਕੀਤਾ ਗਿਆ ਗਾ ਔਰ ਇਹ ਮੋਸਟ ਇੰਪੋਰਟੈਂਟ ਕੁਐਸਚਨ ਹੈਗਾ ਕਿਉਂਕਿ ਆਪਣੇ ਦੇਸ਼ ਦੀ ਪਹਿਲੀ ਅਜਿਹੀ ਏਅਰ ਟੈਕਸੀ ਸੇਵਾ, ਯਾਨੀ ਕਿ ਤੁਸੀਂ ਕਹਿ ਸਕਦੇ ਹੋ ਜਿਹੜੀ ਆਪਣੀ ਟੈਕਸੀ ਹੁੰਦੀ ਹੈਗੀ, ਇਹ ਹੁਣ ਇੱਕ ਜਹਾਜ਼ ਵਾਲੀ ਟੈਕਸੀ ਹੈਗੀ ਔਰ ਇਹਦਾ ਉਦਘਾਟਨ ਕੀਤਾ ਗਿਆ ਹਰਿਆਣੇ ਦੇ CM ਮਨੋਹਰ ਲਾਲ ਖੱਟਰ ਨੇ ਔਰ ਇਹ ਪਹਿਲੀ ਵਾਰ ਹੁਣ ਚੱਲੀ ਹੈ ਹਿਸਾਰ ਤੋਂ ਚੰਡੀਗੜ੍ਹ ਨੂੰ। ਇਹਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਕੇਵਲ 40 ਮਿੰਟਾਂ ਦੇ ਵਿੱਚ ਆਪਾਂ ਹਿਸਾਰ ਤੋਂ ਚੰਡੀਗੜ੍ਹ ਪਹੁੰਚ ਸਕਦੇ ਹਾਂ ਇਸ ਦੇ ਜ਼ਰੀਏ, ਠੀਕ ਹੈ ਨਾ। ਤਾਂ ਇਹਦੇ ਬਾਰੇ ਯਾਦ ਰੱਖਣਾ ਔਰ ਇਹ ਮੋਸਟ ਇੰਪੋਰਟੈਂਟ ਰਹਿਣ ਵਾਲੀ ਹੈ ਕਿਉਂਕਿ ਆਪਣੇ ਦੇਸ਼ ਦੀ ਪਹਿਲੀ ਅਜਿਹੀ ਇਹ ਸਰਵਿਸ ਹੈ। ਦੇਖੋ ਬਾਕੀ ਆਪਸ਼ਨਾਂ ਬਾਰੇ ਵੀ ਗੱਲ ਕਰੀਏ ਤਾਂ ਇਹ ਵੀ ਸਾਰੇ ਮੋਸਟ ਇੰਪੋਰਟੈਂਟ ਹੈਗੇ। ਸਭ ਤੋਂ ਪਹਿਲਾਂ ਆਪਾਂ ਆਪਸ਼ਨ ਨੰਬਰ A ਤੋਂ ਸ਼ੁਰੂ ਕਰ ਲੈਂਦੇ ਹੈਗੇ, ਦੇਵਲਾਲੀ ਤੋਂ ਦਾਨਾਪੁਰ। ਦੇਵਲਾਲੀ ਹੈਗਾ ਗਾ ਨਾਸਿਕ ਦਾ ਸ਼ਹਿਰ ਔਰ ਦਾਨਾਪੁਰ ਹੈਗਾ ਗਾ ਬਿਹਾਰ ਦਾ। ਦੇਵਲਾਲੀ ਤੋਂ ਦਾਨਾਪੁਰ ਦੇ ਵਿਚਕਾਰ ਗੱਲ ਕਰੀਏ ਤਾਂ ਆਪਣੇ ਦੇਸ਼ ਦੀ ਪਹਿਲੀ ਕਿਸਾਨ ਰੇਲ ਦਾ ਉਦਘਾਟਨ ਕੀਤਾ ਸੀ ਨਰਿੰਦਰ ਮੋਦੀ ਨੇ, ਠੀਕ ਹੈ ਨਾ, ਯਾਦ ਰੱਖਣਾ। ਹੁਣ ਗੱਲ ਕਰਦੇ ਆਪਸ਼ਨ ਨੰਬਰ B ਬਾਰੇ, ਕੋਚੀ ਟੂ ਮੈਂਗਲੁਰੂ। ਕੋਚੀ ਟੂ ਮੈਂਗਲੁਰੂ ਬਾਰੇ ਯਾਦ ਰੱਖਣਾ PM ਮੋਦੀ ਦੇ ਦੁਆਰਾ ਹੀ ਨੈਚੁਰਲ ਗੈਸ ਪਾਈਪ ਦਾ ਉਦਘਾਟਨ ਕੀਤਾ ਗਿਆ ਸੀਗਾ, ਠੀਕ ਹੈ ਨਾ, ਯਾਦ ਰੱਖਣਾ ਕੋਚੀ ਤੋਂ ਮੈਂਗਲੁਰੂ ਤੱਕ। ਗੱਲ ਕਰੀਏ ਹਰਿਆਣੇ ਦੇ ਰੇਵਾੜੀ ਅਤੇ ਰਾਜਸਥਾਨ ਦੇ ਨਿਊ ਮੰਦਾਰ ਤੱਕ, ਇੱਥੇ ਵੀ ਆਪਾਂ ਨੇ ਪੜ੍ਹਿਆ ਸੀਗਾ। ਇਹਦੇ ਬਾਰੇ ਤੁਹਾਨੂੰ ਯਾਦ ਰੱਖਣਾ ਆਪਣੀ ਦੁਨੀਆ ਦੀ, ਠੀਕ ਹੈ ਨਾ, ਦੁਨੀਆ ਦੀ ਸਭ ਤੋਂ ਲੰਮੀ ਡਬਲ ਟੇਕਰ ਜਿਹੜੀ ਇੱਕ ਮਾਲ ਗੱਡੀ ਹੈ ਉਸ ਨੂੰ ਹੁਣ ਚਲਾਇਆ ਗਿਆ ਸੀ ਰੇਵਾੜੀ ਤੋਂ ਮੰਦਾਰ ਤੱਕ, ਠੀਕ ਹੈ ਨਾ। ਤਾਂ ਇਹਦੇ ਬਾਰੇ ਵੀ ਯਾਦ ਰੱਖਣਾ। ਬਾਕੀ ਰੇਲ ਗੱਡੀ ਦੀ ਟੋਟਲ ਲੈਂਥ ਹੈਗੀ ਸੀ ਨਾ 1.5 ਕਿਲੋਮੀਟਰ, ਠੀਕ ਹੈ ਨਾ। ਔਰ ਦੁਨੀਆ ਦੀ ਸਭ ਤੋਂ ਲੰਮੀ ਡਬਲ ਟੇਕਰ ਮਾਲ ਗੱਡੀ ਹੈਗੀ ਸੀ ਇੱਕ, ਜਿਹੜੀ ਕਿ ਹਰਿਆਣੇ ਦੇ ਰੇਵਾੜੀ ਤੋਂ ਰਾਜਸਥਾਨ ਦੇ ਮੰਦਾਰ ਤੱਕ ਚੱਲੀ ਸੀ। ਤਾਂ ਨਾਲ ਇਹਨਾਂ ਆਪਸ਼ਨਾਂ ਬਾਰੇ ਵੀ ਯਾਦ ਰੱਖਣਾ। ਇਹ ਸਾਰੇ ਹੀ ਆਪਸ਼ਨ ਇੰਪੋਰਟੈਂਟ ਨੇ ਔਰ ਇਹ ਸਾਰੇ ਹੀ ਲੇਟੈਸਟ ਨੇਗੇ, ਠੀਕ ਹੈ ਨਾ। ਤਾਂ ਇਹਨਾਂ ਬਾਰੇ ਕੁਐਸਚਨ ਬਣ ਸਕਦਾ ਆਪਾਂ ਨੂੰ ਐਗਜ਼ਾਮ ਵਿੱਚੋਂ। ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ ਜੀ। ਹੂ ਰਿਜ਼ਾਈਨਡ ਐਜ਼ ਪ੍ਰੈਜ਼ੀਡੈਂਟ ਆਫ SCBA। SCBA ਮਤਲਬ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਇਹਦਾ ਪੂਰਾ ਨਾਂ ਜੀ। ਔਰ ਇਹਦੇ ਪ੍ਰੈਜ਼ੀਡੈਂਟ ਸੀ, ਇਹਨਾਂ ਨੇ ਹੁਣ ਅਸਤੀਫਾ ਦੇ ਦਿੱਤਾ। ਆਪਾਂ ਨੇ ਇਹਨਾਂ ਨਾਂ ਦੱਸ ਕਿਸ ਨੇ, ਦੇਖੋ ਜੀ SCBA ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਾ। ਤਾਂ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਹੁਣ ਪ੍ਰਧਾਨ ਹੈਗੇ ਸੀ ਜੀ ਦੁਸ਼ਯੰਤ ਦੂਬੇ ਸਾਹਿਬ, ਠੀਕ ਹੈ ਨਾ। ਔਰ ਹੁਣ ਇਹਨਾਂ ਨੇ ਆਪਣੇ ਪਦ ਤੋਂ ਕਿਹਾ ਹੁਣ ਅਸਤੀਫਾ ਦੇ ਦਿੱਤਾ। ਤਾਂ ਇਹਨਾਂ ਦਾ ਨਾਮ ਆਪਣੇ ਲਈ ਇੰਪੋਰਟੈਂਟ ਰਹੇਗਾ ਔਰ ਇਹਨਾਂ ਬਾਰੇ ਤੁਹਾਨੂੰ ਯਾਦ ਰੱਖਣਾ ਪਏਗਾ, ਠੀਕ ਹੈ ਨਾ। ਸੋ ਇਹਨਾਂ ਦਾ ਨਾਮ ਧਿਆਨ ਵਿੱਚ ਰੱਖਿਓ। ਅੱਛਾ, ਸੁਪਰੀਮ ਕੋਰਟ ਬਾਰ ਐਸੋਸੀਏਸ਼ਨ, ਦੇਖੋ ਸੁਪਰੀਮ ਕੋਰਟ ਦੇ ਤੁਹਾਨੂੰ ਆਪਣੇ ਜਿਹੜੇ ਚੀਫ ਜਸਟਿਸ ਉਹਨਾਂ ਦਾ ਨਾਮ ਪਤਾ ਹੋਣਾ ਚਾਹੀਦਾ। CGI ਕੌਣ ਆਪਣੇ, ਯਾਦ ਰੱਖਣਾ ਸ਼ਰਦ ਅਰਵਿੰਦ ਬੋਬੜੇ ਸਾਹਿਬ ਆਪਣੇ ਐਟ ਪ੍ਰੈਜ਼ੈਂਟ CGI ਹੈਗੇ ਨੇਗੇ। ਸੋ ਇਹਨਾਂ ਨਾਮ ਮੋਸਟ ਇੰਪੋਰਟੈਂਟ ਆ। ਅੱਛਾ, ਕਈ ਵਾਰ ਤੁਹਾਨੂੰ ਕਦੇ ਕੁਐਸਚਨ ਆ ਸਕਦਾ ਵੀ ਆਪਣੇ ਦੇਸ਼ ਦੇ ਪਹਿਲੇ CGI ਕੌਣ ਸੀਗੇ, ਤਾਂ ਯਾਦ ਰੱਖਣਾ ਹੀਰਾ ਲਾਲ ਜੇ ਕਨਈਆ ਉਹਨਾਂ ਦਾ ਨਾਂ ਸੀਗਾ, ਹੀਰਾ ਲਾਲ ਜੇ ਕਨਈਆ, ਠੀਕ ਹੈ ਨਾ। ਬਾਕੀ ਕੁਐਸਚਨ ਇਹ ਵੀ ਬਣ ਸਕਦਾ ਵੀ ਆਪਣੀ ਪਹਿਲੀ ਮਹਿਲਾ CGI ਕੌਣ ਸੀਗੀ, ਪਹਿਲੀ ਮਹਿਲਾ ਚੀਫ ਜਸਟਿਸ ਕੌਣ ਸੀ ਆਪਣੇ ਦੇਸ਼ ਦੀ, ਤਾਂ ਉਹਨਾਂ ਦਾ ਨਾਂ ਸੀ ਮੀਰਾ ਸਾਹਿਬ ਫਾਤਿਮਾ ਬੀਬੀ, ਠੀਕ ਹੈ, ਮੀਰਾ ਸਾਹਿਬ ਫਾਤਿਮਾ ਬੀਬੀ ਉਹਨਾਂ ਦਾ ਨਾਂ ਸੀ। ਬਾਕੀ ਸੁਪਰੀਮ ਕੋਰਟ ਬਾਰੇ ਆਪਣੇ ਆਰਟੀਕਲ 124 ਵਿੱਚ ਕੀ ਹੈਗਾ ਜ਼ਿਕਰ ਕੀਤਾ ਹੋਇਆ, ਤਾਂ ਇਹ ਵੀ ਯਾਦ ਰੱਖ ਸਕਦੇ ਹੋ। ਬਾਕੀ ਆਪਸ਼ਨ ਨੰਬਰ C ਬਾਰੇ ਗੱਲ ਕਰੀਏ, ਸੰਜੇ ਕਪੂਰ ਰੀਸੈਂਟ ਵਿੱਚ ਹੀ ਪੜ੍ਹਿਆ ਸੀ ਜੀ, ਆਲ ਇੰਡੀਆ ਚੈਸ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਬਣੇ ਸੀ। ਔਰ ਨਿੱਤਲ ਨਰੰਗ, ਇਹਨਾਂ ਨਾਂ ਵੀ ਇੰਪੋਰਟੈਂਟ ਹੈ ਵੈਸੇ ਕਿਉਂਕਿ ਇੰਡੀਅਨ ਸੌਫਟਬਾਲ ਫੈਡਰੇਸ਼ਨ ਦੀ ਪਹਿਲੀ ਵਾਰ ਕੋਈ ਮਹਿਲਾ ਜਿਹੜੀ ਹੈੱਡ ਬਣੀ ਹੈਗੀ, ਨਿੱਤਲ ਨਰੰਗ ਇਹਨਾਂ ਦਾ ਨਾਮ ਹੈਗਾ, ਠੀਕ ਹੈ। ਸੋ ਇਹਨਾਂ ਬਾਰੇ ਯਾਦ ਰੱਖਣਾ। ਸੋ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ ਜੀ। ਹੂ ਹੈਜ਼ ਬੀਨ ਅਵਾਰਡਡ ਦੀ ਪ੍ਰੈਸਟੀਜੀਅਸ ਆਰਡਰ ਨੈਸ਼ਨਲ ਡਿਊ ਮੈਰਿਟ ਆਫ ਫਰਾਂਸ। ਦੇਖੋ ਜੀ, ਕਹਿੰਦੇ ਕਿਸ ਨੂੰ ਫਰਾਂਸ ਦੇ ਆਰਡਰ ਨੈਸ਼ਨਲ ਡਿਊ ਮੈਰਿਟ ਦੇ ਨਾਲ ਹੁਣ ਸਨਮਾਨਿਤ ਕੀਤਾ ਗਿਆ ਗਾ। ਦੇਖੋ ਜੀ, ਇਹਦਾ ਨਾਮ ਹੈਗਾ ਵੈਸੇ ਰੋਹਿਣੀ ਗੋਡਬੋਲੇ, ਠੀਕ ਹੈ। ਆਪਸ਼ਨ ਨੰਬਰ C ਬਿਲਕੁਲ ਆਪਣਾ ਰਾਈਟ ਆਂਸਰ ਹੋ ਜਾਏਗਾ ਜੀ। ਔਰ ਅਗਰ ਆਪਾਂ ਰੋਹਿਣੀ ਗੋਡਬੋਲੇ ਦੀ ਗੱਲ ਕਰੀਏ ਤਾਂ ਇਹ ਮੁੰਬਈ ਸ਼ਹਿਰ ਤੋਂ ਹੈਗੀ ਔਰ ਇਹਨਾਂ ਨੂੰ ਵੈਸੇ ਪਦਮ ਸ਼੍ਰੀ ਵੀ ਮਿਲ ਚੁੱਕਿਆ ਹੈਗਾ, ਠੀਕ ਹੈ ਨਾ। ਔਰ ਹੁਣ ਇਹਨਾਂ ਨੂੰ ਮਿਲਿਆ ਹੈਗਾ ਆਰਡਰ ਨੈਸ਼ਨਲ ਡਿਊ ਮੈਰਿਟ, ਠੀਕ ਹੈ ਨਾ। ਸੋ ਇਹਨਾਂ ਬਾਰੇ ਯਾਦ ਰੱਖਣਾ। ਬਾਕੀ ਅਗਰ ਆਪਾਂ ਗੱਲ ਕਰੀਏ ਇਹਨਾਂ ਨੂੰ ਮਿਲਿਆ ਕਿਉਂ ਹੈਗਾ, ਕਿਉਂਕਿ ਇਹਨਾਂ ਨੇ ਜਿਹੜੀਆਂ ਔਰਤਾਂ ਨੇ
ਉਹਨਾਂ ਨੂੰ ਵਿਗਿਆਨ ਦੇ ਖੇਤਰ ਵਿੱਚ ਕੀ ਪ੍ਰੋਤਸਾਹਨ ਪ੍ਰਦਾਨ ਕੀਤਾ ਸੀਗਾ ਔਰ ਵਿਗਿਆਨ ਦੇ ਖੇਤਰ 'ਚ ਅੱਗੇ ਵਧਣ ਲਈ ਉਹਨਾਂ ਨੂੰ ਪੂਰੇ ਤਰੀਕੇ ਨਾਲ ਉਹਨਾਂ ਦੀ ਮਦਦ ਕੀਤੀ, ਤਾਂ ਕਰਕੇ ਇਹਨਾਂ ਨੂੰ ਇਹ ਦਿੱਤਾ ਗਿਆ ਗਾ ਫਰਾਂਸ ਦੇ ਵੱਲੋਂ। ਸੋ ਇਹਨਾਂ ਨਾਮ ਇੰਪੋਰਟੈਂਟ ਰਹੇਗਾ ਔਰ ਇਹਨਾਂ ਨਾਮ ਧਿਆਨ ਵਿੱਚ ਰੱਖਣਾ। ਬਾਕੀ ਉੱਧਰ ਆਪਸ਼ਨ ਬਾਰੇ ਵੀ ਗੱਲ ਕਰ ਲੈਂਦੇ ਹਾਂ ਜੀ। ਬੀ ਆਪਸ਼ਨ ਰਣਜੀਤ ਸਿੰਘ ਦੇਸਲੇ ਆ ਪਹਿਲੇ ਭਾਰਤੀ ਬਣੇ ਸੀ ਜਿਨ੍ਹਾਂ ਨੂੰ ਕਿ ਗਲੋਬਲ ਟੀਚਰ ਪ੍ਰਾਈਜ਼ ਦਿੱਤਾ ਗਿਆ ਸੀ, ਠੀਕ ਹੈ ਨਾ। ਔਰ ਐਸ ਹਰੀਸ਼ ਕੌਣ ਨੇ ਜੀ, ਯਾਦ ਰੱਖਣਾ ਇਹਨਾਂ ਨੂੰ JCB ਸਾਹਿਤ ਪੁਰਸਕਾਰ ਦਿੱਤਾ ਗਿਆ ਸੀ 2020 ਦਾ, ਮਲਿਆਲਮ ਲੇਖਕ ਹੈਗੇ ਨੇ ਇਹ, ਠੀਕ ਹੈ ਨਾ। ਔਰ ਹਰੀਹਰਨ ਆਪਸ਼ਨ ਨੰਬਰ ਡੀ, ਇਹ ਵੀ ਵੈਸੇ ਮਲਿਆਲਮ ਫਿਲਮਾਂ ਦੇ ਡਾਇਰੈਕਟਰ ਨੇਗੇ ਔਰ ਇਹਨਾਂ ਨੂੰ ਅਵਾਰਡ ਮਿਲਿਆ ਸੀ JC ਡੇਨੀਅਲ ਨਾਂ ਦਾ, ਠੀਕ ਹੈ, ਕੇਰਲ ਸਰਕਾਰ ਨੇ ਦਿੱਤਾ ਸੀਗਾ। ਤਾਂ ਇਹਨਾਂ ਬਾਰੇ ਵੀ ਧਿਆਨ ਵਿੱਚ ਰੱਖਣਾ, ਇਹ ਵੀ ਇੰਪੋਰਟੈਂਟ ਨੇਗੇ। ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ ਜੀ। ਸੋ ਦੋਸਤੋ ਅਗਲੇ ਕੁਐਸਚਨ ਤੋਂ ਪਹਿਲਾਂ ਇੱਕ ਵਾਰੀ ਕਲਾਸ ਨੂੰ ਤੁਸੀਂ ਲਾਈਕ ਜ਼ਰੂਰ ਕਰ ਦਿਓ, ਠੀਕ ਹੈ ਨਾ। ਅਗਰ ਮੇਰੀ ਮਿਹਨਤ ਤੁਹਾਨੂੰ ਵਧੀਆ ਲੱਗ ਰਹੀ ਹੈ ਔਰ ਤੁਹਾਡੇ ਲਈ ਹੈਲਪਫੁਲ ਹੈਗੀ ਆ ਤਾਂ ਕਲਾਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ, ਠੀਕ ਹੈ ਨਾ। ਸੋ ਹੁਣ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ। ਸੋ ਆਪਣਾ ਅਗਲਾ ਕੁਐਸਚਨ ਹੈ ਜੀ, ਕਹਿੰਦੇ ਹੂ ਟੁਗੈਦਰ ਵਿਦ ਦੀ ਇੰਡੀਅਨ ਆਰਮੀ ਡਿਵੈਲਪਡ ਇੰਡੀਆਜ਼ ਫਸਟ ਇੰਡੀਜੀਅਸ ਮਸ਼ੀਨ ਪਿਸਟਲ ASMI। ਦੇਖੋ ਜੀ, ਕਹਿੰਦੇ ਕਿਸ ਨੇ ਭਾਰਤੀ ਫੌਜ ਦੇ ਨਾਲ ਮਿਲ ਕੇ ਭਾਰਤ ਦੀ ਪਹਿਲੀ ਦੇਸੀ ਮਸ਼ੀਨ ਪਿਸਤੌਲ ਜਿਹਦਾ ਨਾਂ ਗਾ ASMI ਨੂੰ ਵਿਕਸਿਤ ਕੀਤਾ ਗਾ। ਦੇਖੋ ਜੀ, ਅਗਰ ਆਪਾਂ ਗੱਲ ਕਰੀਏ ਤਾਂ ਜਿਹੜੀ ਇਹ ਪਿਸਤਲ ਹੈ ਨਾ ASMI, ਇਸ ਨੂੰ ਵਿਕਸਿਤ ਕੀਤਾ ਜੀ DRDO ਦੇ ਦੁਆਰਾ, ਠੀਕ ਹੈ ਨਾ। ਇੰਡੀਅਨ ਆਰਮੀ ਦੇ ਨਾਲ ਮਿਲ ਕੇ, ਠੀਕ ਹੈ ਨਾ, ਇੰਡੀਅਨ ਆਰਮੀ ਔਰ DRDO ਦੋਨਾਂ ਨੇ ਮਿਲ ਕੇ ਇਸ ਪਿਸਤਲ ਨੂੰ ਤਿਆਰ ਕੀਤਾ ਗਾ ਔਰ ਇਹਦਾ ਨਾਮ ਹੀ ਧਿਆਨ ਵਿੱਚ ਰੱਖਣਾ ASMI। ਦੇਖੋ ਪਹਿਲਾਂ ਆਪਣੇ ਇੰਡੀਅਨ ਆਰਮੀ ਦੇ ਵੱਲੋਂ ਜਿਹੜੀ ਪਿਸਤਲ ਯੂਜ਼ ਕੀਤੀ ਜਾਂਦੀ ਸੀ 9mm ਨਾਂ ਦੀ, ਅਤੇ 9mm ਨਾਂ ਦੀ ਪਿਸਤਲ ਨੂੰ ਹੁਣ ਇੱਕ ਰਿਪਲੇਸ ਕੀਤਾ ਜਾਏਗਾ ASMI ਦੇ ਨਾਲ, ਠੀਕ ਹੈ ਨਾ, ਤੁਹਾਨੂੰ ਯਾਦ ਰੱਖਣਾ। ਔਰ ਬਾਕੀ ASMI ਦੀ ਗੱਲ ਕਰੀਏ ਫਾਇਰਿੰਗ ਰੇਂਜ ਦੀ, 100 ਮੀਟਰ ਫਾਇਰਿੰਗ ਰੇਂਜ ਇਸ ਪਿਸਤਲ ਦੀ ਰਹਿਣ ਵਾਲੀ ਹੈ, ਠੀਕ ਹੈ ਨਾ, ਤਾਂ ਇਹ ਵੀ ਯਾਦ ਰੱਖ ਸਕਦੇ ਹੋਗੇ। ਬਾਕੀ ਦੇਖੋ ਡਿਵੈਲਪ ਕਿਹਨੇ ਕੀਤਾ, DRDO ਨੇ। DRDO ਦਾ ਪੂਰਾ ਨਾਮ ਹੈ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ। ਸਥਾਪਨਾ ਦੀ ਹੋਈ ਸੀ ਆਪਣੇ 1958 ਵਿੱਚ। 1958 ਵਿੱਚ ਨਾਸਾ ਦੀ ਵੀ ਸਥਾਪਨਾ ਹੋਈ ਸੀ, ਯਾਦ ਰੱਖ ਸਕਦੇ ਹੋ। ਬਾਕੀ DRDO ਦਾ ਮੁੱਖ ਦਫ਼ਤਰ ਕਿੱਥੇ ਆ, ਨਵੀਂ ਦਿੱਲੀ ਵਿੱਚ ਹੈ। ਔਰ ਇਹਦੇ ਚੇਅਰਮੈਨ ਕੌਣ ਨੇ ਜੀ, G ਸਤੀਸ਼ ਰੈਡੀ ਸਾਹਿਬ ਹੈਗੇ ਨੇਗੇ। ਔਰ G ਸਤੀਸ਼ ਰੈਡੀ ਨਾਲ ਵੀ ਇਹ ਫੈਕਟ ਯਾਦ ਰੱਖ ਸਕਦੇ ਹੋ, ਹਾਲ ਹੀ ਦੇ ਵਿੱਚ ਇਹਨਾਂ ਦਾ ਕਾਰਜਕਾਲ 2 ਸਾਲਾਂ ਵਾਸਤੇ ਵਧਾ ਦਿੱਤਾ ਗਿਆ, ਠੀਕ ਹੈ ਨਾ, G ਸਤੀਸ਼ ਰੈਡੀ ਦਾ। ਔਰ ਬਾਕੀ DRDO ਬਾਰੇ ਵੈਸੇ ਆਪਣੇ ਸ਼ਾਇਦ ਕੱਲ੍ਹ ਪਰਸੋਂ ਦੀ ਕਲਾਸ ਵਿੱਚ ਹੀ ਪੜ੍ਹਿਆ ਸੀਗਾ। ਜਿਹੜਾ DRDO ਇਹਨੇ ਇੱਕ ਹੀਟਿੰਗ ਡਿਵਾਈਸ ਤਿਆਰ ਕੀਤਾ ਸੀ ਜਿਹਦਾ ਨਾਂ ਸੀਗਾ ਬੁਖਾਰੀ ਨਾਂ ਦਾ, ਠੀਕ ਹੈ ਨਾ। ਜਿਹੜੇ ਆਪਣੇ ਸੈਨਿਕ ਪਹਾੜਾਂ 'ਤੇ ਰਹਿੰਦੇ ਨੇ, ਉੱਪਰ ਰਹਿੰਦੇ ਨੇ, ਜਿਨ੍ਹਾਂ ਨੂੰ ਕਿ ਠੰਡ ਦਾ ਸਾਹਮਣਾ ਕਰਨਾ ਪੈਂਦਾ ਬਹੁਤ ਜ਼ਿਆਦਾ, ਤਾਂ ਉਹਨਾਂ ਲਈ ਇੱਕ ਹੀਟਿੰਗ ਡਿਵਾਈਸ ਜਿਹਦਾ ਸੀ ਬੁਖਾਰੀ, ਉਸ ਨੂੰ ਤਿਆਰ ਕੀਤਾ ਸੀਗਾ। ਔਰ DRDO ਨੇ ਹੀ ਇੱਕ ਰੀਸੈਂਟ ਵਿੱਚ ਆਪਾਂ ਨੇ ਪੜ੍ਹਿਆ ਸੀਗਾ ਸਹਾਇਕ ਐਨਰਜੀ ਨੂੰ ਵੀ ਤਿਆਰ ਕੀਤਾ ਸੀ। ਕੀ ਸੀ ਸਹਾਇਕ ਐਨਰਜੀ, ਤਾਂ ਇੱਕ 에ਅਰ ਡਰੋਪਡ ਕੰਟੇਨਰ ਸੀਗਾ, ਠੀਕ ਹੈ ਨਾ, ਔਰ ਇਹਦਾ ਨਾਂ ਸੀ ਸਹਾਇਕ ਐਨਰਜੀ। ਤਾਂ ਇਹ ਵੀ ਸੁਣੇ ਧਿਆਨ ਵਿੱਚ ਰੱਖਣਾ। ਸੋ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ ਜੀ। Which of the following has become the 8th state to implement the ease of doing business reforms? ਦੇਖੋ ਜੀ, ਕਹਿੰਦੇ ਕਿਹੜਾ ਰਾਜ ਭਾਰਤ ਦਾ ਹੁਣ 8ਵਾਂ ਰਾਜ ਬਣਿਆਗਾ ਜਿਸ ਨੇ ਈਜ਼ ਆਫ ਡੂਇੰਗ ਬਿਜ਼ਨਸ ਰਿਫਾਰਮ ਨੂੰ ਹੁਣ ਲਾਗੂ ਕੀਤਾ ਗਾ। ਤਾਂ ਇਹ ਸਟੇਟ ਦਾ ਨਾਮ ਇੰਪੋਰਟੈਂਟ ਰਹੇਗਾ ਆਪਣੇ ਲਈ ਔਰ ਇਹਦਾ ਨਾਮ ਹੈਗਾ ਜੀ ਕੇਰਲਾ ਸਟੇਟ। ਤਾਂ ਕੇਰਲਾ ਰਾਜ ਹੁਣ ਆਪਣੇ ਦੇਸ਼ ਦਾ 8ਵਾਂ ਸਟੇਟ ਬਣ ਚੁੱਕਿਆ ਜਿਹਨੇ ਈਜ਼ ਆਫ ਡੂਇੰਗ ਰਿਫਾਰਮ ਨੂੰ ਲਾਗੂ ਕੀਤਾ ਗਾ। ਔਰ ਇਹਦੇ ਨਾਲ ਕੇਰਲਾ ਸਟੇਟ ਨੂੰ ਇੱਕ ਬੈਨੀਫਿਟ ਹੋਏਗਾ ਕਿ ਉਹਨੇ ਐਡੀਸ਼ਨਲ ਤੌਰ 'ਤੇ 2773 ਕਰੋੜ ਦਾ ਐਡੀਸ਼ਨਲ ਤੌਰ 'ਤੇ ਲੋਨ ਲੈ ਸਕਦਾ ਗਾ। ਕਾਹਦੇ ਵਾਸਤੇ, ਆਪਣੇ ਫਾਈਨੈਂਸ਼ੀਅਲ ਰਿਸੋਰਸਿਸ ਵਾਸਤੇ, ਯਾਨੀ ਕਿ ਵਿੱਤੀ ਸੰਸਾਧਨਾਂ ਵਾਸਤੇ 2773 ਕਰੋੜ ਦਾ ਐਡੀਸ਼ਨਲ ਤੌਰ 'ਤੇ ਲੋਨ ਲੈ ਸਕਦਾ ਗਾ ਦੂਜੇ ਸਟੇਟਾਂ ਨਾਲੋਂ, ਠੀਕ ਹੈ ਨਾ। ਔਰ ਇਸ ਦੇ ਵਿੱਚ ਟੋਟਲ ਦੇਖੋ ਨੇ 8ਵੇਂ ਨੰਬਰ ਦਾ ਸਟੇਟ ਬਣਿਆ ਗਾ। ਪਹਿਲਾਂ ਵਾਲੇ ਆਪਾਂ ਨੂੰ ਪਤਾ ਨਹੀਂ 7 ਰਾਜ ਕਿਹੜੇ ਕਿਹੜੇ ਨੇਗੇ, ਯਾਦ ਰੱਖਣਾ। ਇੱਕ ਤਾਂ ਆਂਧਰਾ ਪ੍ਰਦੇਸ਼ ਹੈਗਾ, ਕਰਨਾਟਕਾ ਗਾ, ਮੱਧ ਪ੍ਰਦੇਸ਼ ਆ, ਔਰ ਉੜੀਸਾ ਗਾ, ਯਾਦ ਰੱਖਣਾ, ਤਮਿਲਨਾਡੂ ਵੀ ਹੈ, ਰਾਜਸਥਾਨ ਐਂਡ ਤੇਲੰਗਾਨਾ, ਠੀਕ ਹੈ ਨਾ। ਇਹ 7 ਸਟੇਟ ਨੇ ਔਰ ਹੁਣ 8ਵਾਂ ਬਣ ਚੁੱਕਿਆ ਹੈਗਾ ਕੇਰਲਾ ਰਾਜ, ਠੀਕ ਹੈ ਜੀ। ਤਾਂ ਇਹਦੇ ਬਾਰੇ ਸੁਣਨੇ ਯਾਦ ਰੱਖਣਾ। ਬਾਕੀ ਗੱਲ ਕੇਰਲਾ ਬਾਰੇ ਵੀ ਕਰ ਲੈਂਦੇ ਹਾਂ। ਕੇਰਲਾ ਦੀ ਕੈਪੀਟਲ ਯਾਦ ਰੱਖਣਾ ਤ੍ਰਿਵੰਦਮਪੁਰਮ ਕੈਪੀਟਲ ਹੈ। CM ਹੈਗੇ ਨੇ ਪਿਨਾਰਾਈ ਵਿਜਯਨ ਔਰ ਗਵਰਨਰ ਹੈਗੇ ਆਰਿਫ ਮੁਹੰਮਦ ਖਾਨ ਸਾਹਿਬ, ਠੀਕ ਹੈ ਨਾ। ਔਰ ਕੇਰਲਾ ਬਾਰੇ ਵੈਸੇ ਆਪਾਂ ਨੇ ਰੀਸੈਂਟ ਵਿੱਚ ਹੀ ਪੜ੍ਹਿਆ ਸੀਗਾ, ਦੇਸ਼ ਦਾ ਪਹਿਲਾ ਰਾਜ ਬਣਿਆ ਗਾ ਜਿਹੜਾ ਕਿ ਹੁਣ ਸੋਲਰ ਇਲੈਕਟ੍ਰੀਕਲ RO ਸੇਵਾ ਨੂੰ ਸ਼ੁਰੂ ਕਰਨ ਜਾ ਰਿਹਾ ਹੈਗਾ, ਠੀਕ ਹੈ ਨਾ। ਔਰ ਇਸ ਤੋਂ ਇਲਾਵਾ ਜਿਹੜੀ ਦੇਖੋ ਬਰਡ ਫਲੂ ਸੀ ਉਸ ਨੂੰ ਆਪਣੀ ਇੱਕ ਰਾਜ ਆਪਦਾ ਘੋਸ਼ਿਤ ਕਰ ਦਿੱਤਾ ਕੇਰਲਾ ਸਰਕਾਰ ਨੇ, ਠੀਕ ਹੈ ਜੀ। ਬਾਕੀ ਕੇਰਲਾ ਹੀ ਆਪਣੇ ਦੇਸ਼ ਦਾ ਪਹਿਲਾ ਰਾਜ ਇਹ ਅਜਿਹਾ ਬਣਿਆ ਗਾ ਜਿਹਨੇ ਕਿ ਹੁਣ ਸੌਰ ਊਰਜਾ 'ਤੇ ਚੱਲਣ ਵਾਲੀ ਪਹਿਲੀ ਮਿੰਨੀ ਟ੍ਰੇਨ ਦਾ ਵੀ ਇੱਕ ਉਦਘਾਟਨ ਕੀਤਾ ਸੀਗਾ, ਠੀਕ ਹੈ, ਯਾਦ ਰੱਖਣਾ। ਔਰ ਕੇਰਲਾ ਨੇ ਇੱਕ ਰੀਸੈਂਟ ਵਿੱਚ ਯੋਜਨਾ ਲਾਗੂ ਕੀਤੀ ਸੀ ਜਿਹਦਾ ਸੀ ਪਰਿਵਰਤਨਮ ਯੋਜਨਾ, ਕੇਰਲਾ ਦੀ ਯੋਜਨਾ। ਬਾਕੀ ਸਬਜ਼ੀਆਂ ਦੇ ਉੱਤੇ MSP ਦੇਣ ਵਾਲਾ ਵੀ ਆਪਣੇ ਦੇਸ਼ ਦਾ ਪਹਿਲਾ ਰਾਜ ਬਣ ਚੁੱਕਿਆ ਗਾ ਕੇਰਲਾ, ਯਾਦ ਰੱਖਣਾ। ਔਰ ਇਸ ਤੋਂ ਇਲਾਵਾ ਕੇਰਲਾ ਨੇ ਜਿੰਨੇ ਦੇਖੋ ਕੇਰਲਾ ਦੇ ਜਿਹੜੇ ਵੀ ਸਕੂਲ ਨੇ
ਪੂਰੇ ਤਰੀਕੇ ਨਾਲ ਪਹਿਲਾ ਰਾਜ ਬਣਿਆ ਆਪਣੇ ਭਾਰਤ ਦਾ, ਜਿਹਨੇ ਕਿ ਜਿਹੜੇ ਸਕੂਲਾਂ ਦੇ ਵਿੱਚ ਪੂਰੇ ਤਰੀਕੇ ਨਾਲ ਡਿਜੀਟਲ ਹਾਈਟੈਕ ਕਲਾਸਰੂਮ ਪ੍ਰਦਾਨ ਕੀਤੇ ਨੇ ਆਪਣੇ ਸਕੂਲਾਂ ਨੂੰ। ਠੀਕ ਹੈ, ਤਾਂ ਇਹ ਸਾਰੇ ਫੈਕਟ ਕੇਲਾ ਨਾਲ ਰਿਲੇਟਡ ਯਾਦ ਰੱਖਣੇ ਜੀ, ਸਾਰੇ ਹੀ ਬਿਲਕੁਲ ਲੇਟੈਸਟ ਫੈਕਟ ਨੇਗੇ, ਦਸੰਬਰ ਜਨਵਰੀ ਦੇ ਮਹੀਨੇ ਦੇ ਆ, ਸਾਰੀਆਂ ਕਰੰਟ ਅਫੇਅਰ ਨਿਊਜ਼ ਨੇ ਔਰ ਸਾਰੀਆਂ ਇੰਪੋਰਟੈਂਟ ਨੇ। ਠੀਕ ਹੈ ਨਾ, ਸੋ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ ਹੁਣ ਆਪਾਂ ਅੱਜ ਦੇ। ਇਨ ਵਿਚ ਕੰਟਰੀ ਵਾਜ਼ ਦੀ ਵਰਲਡਸ ਓਲਡੈਸਟ ਨੋਨ ਕੇਵ ਪੇਂਟਿੰਗ ਫਾਊਂਡ। ਦੇਖੋ ਜੀ ਕਹਿੰਦੇ ਦੁਨੀਆ ਦੀ ਸਭ ਤੋਂ ਪੁਰਾਣੀ ਗੁਫਾ ਚਿੱਤਰਕਾਰੀ ਕਿਸ ਦੇਸ਼ ਦੇ ਵਿੱਚ ਹੁਣ ਪਾਈ ਗਿਆ, ਤੇ ਕੁਐਸਚਨ ਇੰਪੋਰਟੈਂਟ ਰਹੇਗਾ ਜੀ ਆਪਣੇ ਲਈ। ਔਰ ਜਿਹੜੀ ਚਿੱਤਰਕਾਰੀ ਪਾਈ ਗਿਆ ਜੀ ਇੰਡੋਨੇਸ਼ੀਆ ਕੰਟਰੀ ਵਿੱਚ। ਅਗਰ ਆਪਾਂ ਦੇਖੋ ਇਹ ਗੁਫਾ ਚਿੱਤਰਕਾਰੀ ਦੀ ਗੱਲ ਕਰੀਏ ਤਾਂ ਕਿਹਾ ਜਾਂਦਾ ਵੀ ਹੁਣ 45,000 ਸਾਲਾਂ ਤੋਂ ਵੀ ਵੱਧ ਪੁਰਾਣੀ ਇਹ ਇੱਕ ਪੇਂਟਿੰਗ ਹੈਗੀ, ਔਰ ਜਿਹੜੀ ਕਿ ਇੱਕ ਇੰਡੋਨੇਸ਼ੀਆ ਦੀ ਗੁਫਾ ਵਿੱਚ ਪਾਈ ਗਈ ਆ। ਔਰ ਅਗਰ ਆਪਾਂ ਗੱਲ ਕਰੀਏ ਦੇਖੋ ਚਿੱਤਰਕਾਰੀ ਇਹ ਹੈਗੀ ਕਾਹਦੀ ਆ, ਤੇ ਇੱਕ ਜੰਗਲੀ ਸੂਰ ਬਣਿਆ ਹੋਇਆ। ਠੀਕ ਹੈ ਨਾ, ਇਸ ਪੇਂਟਿੰਗ ਦੇ ਵਿੱਚ, ਤੇ ਇਸ ਨੂੰ ਯਾਦ ਰੱਖਣਾ ਬਸ ਕਿਹੜੀ ਕੰਟਰੀ ਵਿੱਚ ਪਾਈ ਗਈ ਹੈ, ਤਾਂ ਇੰਡੋਨੇਸ਼ੀਆ ਕੰਟਰੀ 'ਚ ਪਾਈ ਗਿਆ। ਅੱਛਾ, ਗੱਲ ਇੰਡੋਨੇਸ਼ੀਆ ਦੀ ਕਰਦੇ ਹਾਂ ਤਾਂ ਇੱਕ ਫੈਕਟ ਹਮੇਸ਼ਾ ਯਾਦ ਰੱਖਣਾ, ਪਹਿਲਾਂ ਤਾਂ ਇਹਦੀ ਕੈਪੀਟਲ ਸੀ ਜਕਾਰਤਾ, ਪਰ ਹੁਣ ਇਹਦੀ ਨਵੀਂ ਕੈਪੀਟਲ ਬਣੀ ਆ ਈਸਟ ਕਾਲੀਮੰਤਨ। ਈਸਟ ਕਾਲੀਮੰਤਨ ਦੀ ਗੱਲ ਕਰੀਏ ਤਾਂ ਇੱਕ ਬੋਰਨੋ ਆਈਲੈਂਡ ਆ। ਠੀਕ ਹੈ ਨਾ, ਕਿਹੜਾ ਆਈਲੈਂਡ? ਬੋਰਨੋ ਆਈਲੈਂਡ। ਤਾਂ ਬੋਰਨੋ ਆਈਲੈਂਡ ਦੇ ਉੱਤੇ ਇਹ ਪਾਇਆ ਜਾਂਦਾ ਇਹ ਸ਼ਹਿਰ ਈਸਟ ਕਾਲੀਮੰਤਨ। ਔਰ ਬੋਰਨੋ ਆਈਲੈਂਡ ਬਾਰੇ ਵੀ ਯਾਦ ਰੱਖਣਾ, ਆਪਣੇ ਏਸ਼ੀਆ ਦਾ ਨਾ ਸਭ ਤੋਂ ਵੱਡਾ ਆਈਲੈਂਡ ਹੈਗਾ ਗਾ ਬੋਰਨੋ ਆਈਲੈਂਡ। ਔਰ ਇੱਥੇ ਇੱਕ ਸ਼ਹਿਰ ਹੈਗਾ ਈਸਟ ਕਾਲੀਮੰਤਨ, ਜਿਹੜਾ ਕਿ ਇੰਡੋਨੇਸ਼ੀਆ ਦੀ ਨਵੀਂ ਰਾਜਧਾਨੀ ਬਣਿਆ ਗਾ। ਠੀਕ ਹੈ ਨਾ, ਤੇ ਇਹਦੇ ਬਾਰੇ ਯਾਦ ਰੱਖਣਾ। ਬਾਕੀ ਇੰਡੋਨੇਸ਼ੀਆ ਦੀ ਕਰੰਸੀ ਦੀ ਗੱਲ ਕਰੀਏ ਤਾਂ ਰੁਪਇਆ ਹੀ ਹੈਗੀ ਇੱਥੋਂ ਦੀ। ਔਰ ਇੱਥੋਂ ਦੇ ਯਾਦ ਰੱਖ ਸਕਦੇ ਹੋ, ਦੇਖੋ ਇੰਡੋਨੇਸ਼ੀਆ ਦੇ ਆਪਣੇ ਇੰਡੀਅਨ ਅੰਬੈਸਡਰ ਨਵੇਂ ਬਣੇ ਸੀ, ਜਿਨ੍ਹਾਂ ਅਸੀਂ ਮਨੋਜ ਕੁਮਾਰ, ਤਾਂ ਇਹਨਾਂ ਬਾਰੇ ਯਾਦ ਰੱਖਣਾ। ਠੀਕ ਹੈ ਜੀ, ਤਾਂ ਇਹਨੇ ਫੈਕਟ ਇਸ ਕੁਐਸਚਨ ਨਾਲ ਰਿਲੇਟਡ ਯਾਦ ਰੱਖਣੇ। ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ ਜੀ। ਇਨ ਵਿਚ ਸਟੇਟ ਬਾਜ਼ ਕੋਨਮਾ ਫੈਸਟੀਵਲ ਸੈਲੀਬ੍ਰੇਟਡ। ਦੇਖੋ ਜੀ ਕਹਿੰਦੇ ਹੁਣ ਕਿਹੜੇ ਰਾਜ ਵਿੱਚ ਕੋਨਮਾ ਤਿਉਹਾਰ ਨੂੰ ਹੁਣ ਮਨਾਇਆ ਗਿਆ ਸੀਗਾ। ਦੇਖੋ ਜੀ ਜਿਹੜਾ ਤਿਉਹਾਰ ਹੈ ਇਹ ਹੁਣ ਮਨਾਇਆ ਗਿਆ ਸੀ ਜੀ ਤੇਲੰਗਾਨਾ ਸਟੇਟ ਵਿੱਚ। ਠੀਕ ਹੈ ਨਾ, ਤੇਲੰਗਾਨਾ ਦਾ ਤਿਉਹਾਰ ਹੈ ਕੋਨਮਾ, ਔਰ ਜਿਹੜਾ ਕਿ ਹੁਣ ਰੀਸੈਂਟ ਵਿੱਚ ਇਹ ਇੱਥੇ ਮਨਾਇਆ ਗਿਆ ਸੀਗਾ। ਔਰ ਦੇਖੋ ਜਿਹੜੇ ਵੀ ਤੇਲੰਗਾਨਾ ਦੇ ਮਵੇਸ਼ੀ ਨੇ, ਮਵੇਸ਼ੀਆਂ ਦਾ ਇੱਕ ਤਿਉਹਾਰ ਹੁੰਦਾ ਗਾ। ਔਰ ਇਹਦੇ ਵਿੱਚ ਖਾਸ ਕਰਕੇ ਜਿੰਨੇ ਵੀ ਤੇਲੰਗਾਨਾ ਦੇ ਪਿੰਡ ਨੇਗੇ, ਤਾਂ ਪਿੰਡਾਂ ਦੇ ਵਿੱਚ ਜਿਹੜੇ ਲੋਕਾਂ ਦਾ ਮਤਲਬ ਖੇਤੀਬਾੜੀ ਸੰਬੰਧੀ ਜਿੰਨੇ ਵੀ ਸਮਾਨ ਹੁੰਦੇ ਨੇਗੇ, ਠੀਕ ਹੈ, ਤਾਂ ਉਹਨਾਂ ਦਾ ਕੀ ਇੱਕ ਪੂਜਾ ਕੀਤੀ ਜਾਂਦੀ ਹੈ ਬੇਸਿਕਲੀ ਇਸ ਤਿਉਹਾਰ ਦੇ ਵਿੱਚ। ਔਰ ਇਹ ਫੈਸਟੀਵਲ ਬਸ ਉਹਨੇ ਯਾਦ ਰੱਖਣਾ, ਤਿਉਹਾਰ ਹੈਗਾ ਕਿੱਥੋਂ ਦਾ? ਤੇਲੰਗਾਨਾ ਦਾ ਫੈਸਟੀਵਲ ਹੈ, ਔਰ ਜਿਹਨੂੰ ਕਿ ਹਾਲ ਹੀ ਦੇ ਵਿੱਚ ਇੱਥੇ ਕੀ ਹੁਣ ਸੈਲੀਬ੍ਰੇਟ ਕੀਤਾ ਗਿਆ ਗਾ। ਸੋ ਇਹਦਾ ਨਾਮ ਯਾਦ ਰੱਖਣਾ ਇੰਪੋਰਟੈਂਟ ਰਹੇਗਾ। ਬਾਕੀ ਗੱਲ ਤੇਲੰਗਾਨਾ ਦੀ ਵੀ ਕਰ ਲੈਂਦੇ ਹਾਂ। ਕੈਪੀਟਲ ਦਾ ਵੈਸੇ ਇੱਥੇ ਹੈਦਰਾਬਾਦ ਹੈ, ਔਰ ਇੱਥੋਂ ਦੇ ਸੀਐਮ ਹੈਗੇ ਨੇ ਜੀ ਕੇ ਚੰਦਰਸ਼ੇਖਰ, ਔਰ ਗਵਰਨਰ ਹੈਗੇ ਨੇ ਤਮਿਲ ਸਾਈ ਸੋਦਰ ਰਾਜਨ ਸਾਹਿਬ। ਠੀਕ ਹੈ ਨਾ, ਔਰ ਤੇਲੰਗਾਨਾ ਦੀ ਪਹਿਲੀ ਮਹਿਲਾ ਚੀਫ ਜਸਟਿਸ ਬਣੀ ਹੈ, ਕੀ ਨਾਮ ਉਹਦਾ? ਹੀਮਾ ਕੋਹਲੀ ਆ ਉਹਦਾ ਨਾਮ। ਠੀਕ ਹੈ ਨਾ, ਤਾਂ ਇਹਨਾਂ ਦਾ ਨਾਮ ਇੰਪੋਰਟੈਂਟ ਰਹੇਗਾ ਆਪਣੇ ਲਈ। ਬਾਕੀ ਤੇਲੰਗਾਨਾ ਬਾਰੇ ਕੁਝ ਫੈਕਟ ਡਿਸਕਸ਼ਨ ਕਰ ਲੈਂਦੇ ਹਾਂ। ਦੇਖੋ ਯਾਦ ਰੱਖਣਾ, ਤੇਲੰਗਾਨਾ ਜਿਹੜਾ ਕੈਪੀਟਲ ਹੈ ਹੈਦਰਾਬਾਦ। ਹੈਦਰਾਬਾਦ ਦਾ ਇੱਕ ਨਹਿਰੂ ਜੂਲੋਜੀਕਲ ਪਾਰਕ ਹੈ। ਠੀਕ ਹੈ ਨਾ, ਜਿਹੜਾ ਨਹਿਰੂ ਚਿੜੀਆ ਘਰ ਹੈਗਾ, ਇਸ ਨੂੰ ਹੁਣ ISO ਸਰਟੀਫਿਕੇਟ ਮਿਲਿਆ ਸੀ, ਅਤੇ ਇਹ ISO ਸਰਟੀਫਿਕੇਟ ਪ੍ਰਾਪਤ ਕਰਨ ਵਾਲਾ ਆਪਣੇ ਦੇਸ਼ ਦਾ ਪਹਿਲਾ ਚਿੜੀਆ ਘਰ ਬਣਿਆ ਗਾ ਨਹਿਰੂ ਜੂਲੋਜੀਕਲ ਪਾਰਕ। ਠੀਕ ਹੈ ਨਾ, ਬਾਕੀ ਤੇਲੰਗਾਨਾ ਦੀ ਕੈਪੀਟਲ ਹੈਦਰਾਬਾਦ ਦੇ ਵਿੱਚ ਹੀ ਦੁਨੀਆ ਦਾ ਸਭ ਤੋਂ ਵੱਡਾ ਹੁਣ ਇੱਕ ਮੈਡੀਟੇਸ਼ਨ ਸੈਂਟਰ ਵੀ ਖੋਲ੍ਹਿਆ ਜਾਏਗਾ। ਔਰ ਦੇਖੋ ਤੇਲੰਗਾਨਾ ਬਾਰੇ ਆਪਾਂ ਨੇ ਪੜ੍ਹਿਆ ਸੀ, ਇੱਕ ਅਰਬਨ ਲੋਕਲ ਬੋਡੀ ਰਿਫੋਰਮ ਨੂੰ ਲਾਗੂ ਕਰਨ ਵਾਲਾ ਦੇਸ਼ ਦਾ ਤੀਜਾ ਰਾਜ ਬਣਿਆ ਗਿਆ ਹੈ। ਔਰ ਇਸ ਤੋਂ ਇਲਾਵਾ ਜਿਹੜਾ ਤੇਲੰਗਾਨਾ ਇਲੈਕਟ੍ਰੀਕਲ ਵਾਹਨ ਨੀਤੀ ਨੂੰ ਵੀ ਲਾਗੂ ਕਰਨ ਵਾਲਾ ਤੀਜਾ ਰਾਜ ਬਣਿਆ। ਔਰ ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ 2020 ਨੂੰ AI ਦਾ ਸਾਲ ਵੀ ਘੋਸ਼ਿਤ ਕੀਤਾ ਸੀ ਤੇਲੰਗਾਨਾ ਸਟੇਟ ਨੇ। AI ਮਤਲਬ ਆਰਟੀਫਿਸ਼ਲ ਇੰਟੈਲੀਜੈਂਸ ਦਾ ਸਾਲ। ਔਰ ਇਸ ਤੋਂ ਇਲਾਵਾ ਤੇਲੰਗਾਨਾ ਨੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਸੀ ਰੇਯੂਥਾ ਵੇਦਿਕਾ ਨਾਂ ਦਾ। ਠੀਕ ਹੈ, ਯਾਦ ਰੱਖਣਾ ਰੇਯੂਥਾ ਵੇਦਿਕਾ ਨਾਂ ਦਾ। ਤੇਲੰਗਾਨਾ ਸਰਕਾਰ ਨੇ ਹੀ ਜ਼ਮੀਨਾਂ ਦੀ ਰਜਿਸਟ੍ਰੇਸ਼ਨ ਵਾਸਤੇ, ਠੀਕ ਹੈ ਨਾ, ਧਰਨੀ ਨਾਂ ਦਾ ਇੱਕ ਪੋਰਟਲ ਵੀ ਸ਼ੁਰੂ ਕੀਤਾ ਸੀ, ਤਾਂ ਇਹ ਵੀ ਤੁਹਾਡੇ ਨਾਲ ਯਾਦ ਰੱਖਣਾ। ਤਾਂ ਸਾਰੀਆਂ ਨਿਊਜ਼ ਤੁਸੀਂ ਤੇਲੰਗਾਨਾ ਦੀਆਂ ਯਾਦ ਰੱਖੀਆਂ ਜੀ, ਸਾਰੀਆਂ ਹੀ ਇੰਪੋਰਟੈਂਟ ਨੇ। ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ। ਹੂ ਹੈਜ਼ ਬਿਕਮ ਦੀ ਫਸਟ ਪ੍ਰੈਜ਼ੀਡੈਂਟ ਇਨ ਦੀ ਹਿਸਟਰੀ ਆਫ ਅਮਰੀਕਾ ਅੰਗੇਜਡ ਹੂਮ ਇੰਪੀਚਮੈਂਟ ਹੈਜ਼ ਬੀਨ ਪਾਸਡ ਟਵਾਈਸ ਇਨ 1 ਟਰਮ। ਦੇਖੋ ਜੀ ਕਹਿੰਦੇ ਕੌਣ ਅਮਰੀਕਾ ਦੇ ਇਤਿਹਾਸ ਵਿੱਚ ਪਹਿਲਾ ਰਾਸ਼ਟਰਪਤੀ ਬਣ ਗਿਆ ਗਾ ਜਿਸ ਦੇ ਵਿਰੁੱਧ ਇੱਕ ਹੀ ਕਾਰਜਕਾਲ ਵਿੱਚ 2 ਵਾਰ ਮਹਾਪੰਚ ਪਾਸ ਕੀਤਾ ਗਿਆ ਗਾ। ਤਾਂ ਇਹ ਹੁਣ ਬਣਿਆ ਜੀ ਡੋਨਾਲਡ ਟਰੰਪ। ਠੀਕ ਹੈ ਨਾ, ਮਹਾਪੰਚ ਕਹਿੰਦਾ ਵਾ ਇੰਪੀਚਮੈਂਟ ਪਾਸ ਹੋਇਆ ਗਾ। ਠੀਕ ਹੈ ਨਾ, ਤਾਂ 2 ਵਾਰੀ ਲੱਗ ਗਿਆ ਇਹਦੇ 21 ਕਾਰਜਕਾਲ ਦੇ ਵਿੱਚ, ਤਾਂ ਇਹ ਪਹਿਲਾ ਅਜਿਹਾ ਇੱਕ ਰਾਸ਼ਟਰਪਤੀ ਇਹਨਾਂ ਦਾ ਹੋ ਚੁੱਕਿਆ ਹੁਣ। ਠੀਕ ਹੈ ਨਾ, ਅਤੇ ਇਸ ਕੁਐਸਚਨ ਨਾਲ ਡੋਨਾਲਡ ਟਰੰਪ ਦਾ ਨਾਮ ਸੁਣਿਆ ਯਾਦ ਰੱਖਣਾ। ਬਾਕੀ ਦੇਖੋ ਅਗਰ ਆਪਾਂ ਇੰਪੀਚਮੈਂਟ ਦੀ ਗੱਲ ਕਰੀਏ ਤਾਂ ਅਮਰੀਕਾ ਦਾ ਜਿਹੜਾ ਕੌਨਸਟੀਟਿਊਸ਼ਨ ਹੈਗਾ, ਠੀਕ ਹੈ, ਅਮਰੀਕਾ ਦਾ ਸੰਵਿਧਾਨ ਹੈ ਜਿਹੜਾ, ਉਹਦੇ 25ਵੇਂ ਸੰਵਿਧਾਨ ਵਿੱਚ 25ਵੇਂ ਸੰਸ਼ੋਧਨ ਦੇ ਵਿੱਚ ਇਹਦੇ ਬਾਰੇ ਲਿਖਿਆ ਹੋਇਆ ਇੰਪੀਚਮੈਂਟ ਬਾਰੇ। ਔਰ ਜਿਹਦੇ ਵਿੱਚ ਕੀ ਕਿਹਾ ਗਿਆ ਵੀ ਜਿਹੜਾ ਅਮਰੀਕਾ ਦਾ ਵਾਈਸ ਪ੍ਰੈਜ਼ੀਡੈਂਟ ਆ, ਠੀਕ ਹੈ ਨਾ, ਉਹਦੇ ਕੋਲ ਇਹ ਅਧਿਕਾਰ ਹੈਗਾ ਗਾ ਵੀ ਉਹ ਕੈਬਨਿਟ ਦੀ ਮਨਜ਼ੂਰੀ ਦੇ ਨਾਲ ਪਲੱਸ ਸਦਨ ਦੇ 2/3 ਬਹੁਮਤ ਦੇ ਨਾਲ ਆਪਣੇ ਕੀ ਰਾਸ਼ਟਰਪਤੀ ਨੂੰ ਇੰਪੀਚਮੈਂਟ ਦੇ ਜ਼ਰੀਏ ਕੀ ਹਟਾ ਸਕਦਾ ਗਾ।
ठीक है जी। बाकी अगर आप इंपीचमेंट की गल करिए अपने भारतीय संविधान से, तो अपने भारतीय संविधान के 61वें आर्टिकल के, ठीक है 61 जो आर्टिकल है वो ये बारे लिखा होया है, ठीक है ना। बाकी तुम इस क्वेश्चन का नाम याद रखना, ठीक है जी। सो गल करते हैं नैक्सट क्वेश्चन बारे। हू हैज़ बीन अवार्डेड दी नैल्सन मंडेला वर्ल्ड ह्यूमैनिटेरियन अवार्ड। देखो जी कहते किस नूं नैल्सन मंडेला विश्व मनुक्खतावादी पुरस्कार दिता गया गा। देखो अगर आप अवार्ड की गल करिए तो नैल्सन मंडेला, तो ये अवार्ड उन्होंने व्यक्तियों ही दिता जाता जिन्होंने कि मनुक्खता की सेवा लिए कुछ ना कुछ किया हो। तो इस साल ये अवार्ड दिता गया जी रवि गायकवाड़ साहब नूं, ठीक है ना। सो इन्हों नाम ध्यान रखना, इन्होंने नाम इंपोर्टेंट और इन्होंने इन्हों की मानवता की सेवा वास्ते ये पुरस्कार दिता गया इस साल का, ठीक है जी। सो इन्हों नाम इंपोर्टेंट रहेगा। बाकी डॉक्टर अमित केसरवानी की गल करिए तो इन्हों 2021 का APJ अब्दुल कलाम साइंटिस्ट अवार्ड दिता गया सीगा। रोहिणी गोडबोले अज की क्लास में फस्ट क्वेश्चन ही है अपना, इन्हों फ्रांस के वलों ऑर्डर ऑफ नैशनल ड्यू मैरिट अवार्ड के नाल सन्मानित किया गया। और शैले कैनी इन्हों नाम भी इंपोर्टेंट है जी, नैशनल फ्लोरेंस नाइटिंगेल अवार्ड दिता गया इन्होंने, ठीक है जी। तो इन्होंने बारे भी याद रखना। गल करते हैं नैक्सट क्वेश्चन बारे। हू बिकम दी फस्ट इंडियन टू गैट कोविड-19 वैक्सीन। देखो जी कहते कोविड-19 टीका लगवाने वाला पहला भारतीय कौन बनया, तो इन्हों नाम मोस्ट इंपोर्टेंट रहने वाला जी अपने लिए। और इन्हों नाम है जी मनीष कुमार, ठीक है ना। मनीष कुमार की गल करिए तो एक सफाई कर्मचारी हैगा। और 16 जनवरी को, ठीक है ना, 16 जनवरी को नरेंद्र मोदी ने एक टीकाकरण अभियान हुण शुरू कर दिता कोविड-19 करके, और जिसके तहत पहला टीका ही लग्यागा मनीष कुमार जोड़ा कि एक सफाई कर्मचारी है। तो मनीष कुमार का नाम इंपोर्टेंट रहेगा अपने लिए। देखो ऑप्शन नंबर ए मनीष चौहान पियागा। मनीष चौहान बारे याद रखना, पिछली क्लास में अपने पढ़िया सी जी, पुर्तगाल कंट्री के एक राजदूत बने थे अपने, ठीक है, यानी कि इंडियन अंबैसडर बने थे। और इन्हों बारे याद रखना मनीष चौहान का नाम और मनीष कुमार का नाम अलग अलग है, ठीक है ना, इन्होंने उलझना नहीं सुने। बाकी संगीता श्रीवास्तव बारे गल करिए जी, इलाहाबाद यूनीवर्सिटी की पहली महिला वाइस चांसलर बनी सी। और सुबोध कुमार जायसवाल कौन ने CISF के डायरैक्टर जनरल बने थे। तो इन्हों बारे भी याद रखना, ठीक है ना। गल करते हैं नैक्सट क्वेश्चन बारे। सोफिया डिवाइन हैज़ मेड अ रिकॉर्ड बाय स्कोरिंग अ सेंचुरी इन 36 balls इन वूमेन T20 विच कंट्री इज़ शी फ्रॉम। देखो जी कहते सोफिया डिवाइन ने महिला T20 विच 36 गेंदा के विच सैंकड़ा जड़ के एक रिकॉर्ड बनाया गया। कहते जी वो किहड़ी देश के नाल संबंध रखती है प्लेयर। तो अगर आप सोफिया डिवाइन की गल करिए तो यह प्लेयर हैगी है जी न्यूजीलैंड कंट्री की प्लेयर, ठीक है ना। ऑप्शन नंबर B बिल्कुल अपना राइट आंसर हो जाएगा, ठीक है जी। सोफिया डिवाइन का नाम सुने याद रखना, और ये न्यूजीलैंड तो हैगी आ। हुण इसने 36 गेंदा के T20 मैच की सेंचुरी जी बना दी हैगी, ठीक है ना। सो इन्हों बारे इन्हों नाम इंपोर्टेंट अपने लिए रहेगा। देखो गल जो सोफिया डिवाइन की करते सुन एक क्वेश्चन दसदा, रीसेंट के वूमेनस बिग बैश क्रिकेट लीग के भी 100 छिक्के लगाने वाली अपने विश्व की पहली वूमैन प्लेयर यह बनी सी, ठीक है ना, जिन्होंने नाम है सोफिया डिवाइन, न्यूजीलैंड तो हैगी आ। देखो क्रिकेट के नाल फैक्ट सुन मैं दस दाँगा। सब तो पहला अगर आप गल करिए रीसेंट में अपने पढ़िया सी एक प्लेयर सी एलसे पैरी की गल करिए, आस्ट्रेलिया तो ये प्लेयर हैगी सी। और इन्हों भी रीसेंट के ICC फीमेल क्रिकेट ऑफ द डिकेड का अवार्ड दिता गया सी। और एलसे पैरी ही ICC वूमैन ODI क्रिकेटर ऑफ द डिकेड भी चुनिया गया सी। और एलसे पैरी ही T20 इंटरनैशनल क्रिकेट ऑफ द डिकेड भी चुनिया गया सीगा, ठीक है ना। एलसे पैरी का नाम भी मोस्ट इंपोर्टेंट रहेगा अपने लिए। और यह कितों की प्लेयर हैगी, आस्ट्रेलिया टीम की प्लेयर हैगी, ठीक है ना। सो इन्हों नाम ध्यान में रखना। और इस तरीके न्यूजीलैंड की गल करें, न्यूजीलैंड के एक प्लेयर ने लियो कार्टर की गल करिए तो एक ओवर के हुण 6 छिक्के लगाने वाले विश्व के 7वें प्लेयर बने थे, ठीक है ना। और ये भी न्यूजीलैंड तो ही बिलोंग करते थे, तो इन्हों नाम याद रखना। और न्यूजीलैंड के ही एक होर प्लेयर सी रोस टेलर, इन्हों भी एक करंट अफेयर की न्यूज़ जुड़ी हुई है। रोस टेलर बारे याद रखना, क्रिकेट के तिन्ने फॉर्मेटां विच यानी कि T20 टैसट विच और वनडे विच तिन्ना फॉर्मेटां दे विच 100 मैच खेडण वाले विश्व के पहले प्लेयर बने सी रोस टेलर, जिहड़े कि न्यूजीलैंड तो बिलोंग करते हैं। और रोस टेलर नूं ही रीसेंट के 2020 का सर रिचल हैडली पुरस्कार भी मिला सीगा, ठीक है ना। तो इन्हों नाम भी तुसीं ध्यान में रख सकते हो। देखो कुछ न्यूज़ सीगियां क्रिकेट के नाल रिलेटेड जिहड़ियां कि मोस्ट इंपोर्टेंट अपने लिए हैगियां ने। सो ये सारे सुनने फैक्ट याद रखने ने। बाकी गल देखो न्यूजीलैंड की भी आई है। न्यूजीलैंड बारे गल करिए, कैपीटल तो विलिंगटन है, करंसी चलती है न्यूजीलैंड डॉलर। और इतों के प्रेजिडेंट है जैसिंडा आर्डन इतों के राष्ट्रपति ने। देखो एक इंडैक्स आया सी
ਹਿਊਮਨ ਫਰੀडम ਇੰਡੈਕਸ 2020, ਠੀਕ ਹੈ ਨਾ। ਹਿਊਮਨ ਫਰੀडम ਇੰਡੈਕਸ 2020 ਦੇ ਵਿੱਚ ਟੌਪ 'ਤੇ ਰਿਹਾ ਸੀ ਨਿਊਜ਼ੀਲੈਂਡ ਕੰਟਰੀ। ਆਪਣਾ ਭਾਰਤ ਰਿਹਾ ਸੀ 111ਵੇਂ ਨੰਬਰ 'ਤੇ, ਠੀਕ ਹੈ ਨਾ। ਇਹਦੇ ਬਾਰੇ ਯਾਦ ਰੱਖਣਾ। ਔਰ ਇਸੇ ਤਰੀਕੇ ਨਾਲ ਇੱਕ ਹੋਰ ਵੈਸੇ ਇੰਡੈਕਸ ਸਰਵੇ ਸੀਗਾ ਇੱਕ, ਔਰ ਜਿਹਦਾ ਨਾਂ ਸੀ ਓਪਨ ਬਜਟ ਸਰਵੇ 2019 ਦਾ, ਔਰ ਇਹਦੇ ਵਿੱਚ ਵੀ ਟੌਪ 'ਤੇ ਰਿਹਾ ਸੀ ਨਿਊਜ਼ੀਲੈਂਡ ਕੰਟਰੀ। ਔਰ ਆਪਣਾ ਭਾਰਤ ਰਿਹਾ ਸੀ ਸਰਵੇ ਦੇ ਵਿੱਚ 53ਵੇਂ ਨੰਬਰ 'ਤੇ। ਇਸ ਸਰਵੇ ਦੇ ਵਿੱਚ ਵੈਸੇ ਜਿਹੜਾ ਆਪਣਾ ਬਜਟ ਹੁੰਦਾ ਨਾ, ਉਹਦੀ ਪਾਰਦਰਸ਼ਤਾ ਅਤੇ ਉਹਦੀ ਜਵਾਬਦੇਹੀ ਦਾ ਇੱਕ ਬਜਟ ਹੁੰਦਾ, ਔਰ ਜਿਹਦਾ ਨਾਮ ਓਪਨ ਬਜਟ ਸਰਵੇ 2019 ਦਾ ਆਇਆ ਸੀ ਇਹ ਹੁਣ, ਔਰ ਇਹਦੇ ਵਿੱਚ ਨਿਊਜ਼ੀਲੈਂਡ ਟੌਪ 'ਤੇ ਸੀ, ਠੀਕ ਹੈ ਨਾ। ਤਾਂ ਇਹਦੇ ਬਾਰੇ ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋਗੇ। ਸੋ ਗੱਲ ਕਰਦੇ ਹਾਂ ਜੀ ਨੈਕਸਟ ਕੁਐਸਚਨ ਬਾਰੇ ਹੁਣ ਆਪਾਂ। ਸੋ ਦੋਸਤੋ ਅਗਲੇ ਕੁਐਸਚਨ ਤੋਂ ਪਹਿਲਾਂ ਇੱਕ ਵਾਰੀ ਕਲਾਸ ਨੂੰ ਲਾਈਕ ਕਰ ਦਿਓ। ਜਿਨ੍ਹਾਂ ਨੇ ਹੁਣ ਤੱਕ ਨਹੀਂ ਲਾਈਕ ਕੀਤਾ ਤਾਂ ਹੁਣ ਤਾਂ ਜ਼ਰੂਰ ਲਾਈਕ ਕਰ ਦਿਓ ਜੀ, ਔਰ ਸ਼ੇਅਰ ਜ਼ਰੂਰ ਕਰ ਦੇਣਾ ਕਲਾਸ ਨੂੰ, ਠੀਕ ਹੈ ਨਾ, ਅਗਰ ਸਮਝ ਆ ਰਿਹਾ ਹੈਗਾ। ਤਾਂ ਆਪਣੇ ਲਈ ਅਗਲਾ ਕੁਐਸਚਨ ਹੈ ਜੀ ਇੰਪੋਰਟੈਂਟ ਪ੍ਰਸ਼ਨ ਆਪਣਾ, ਹੂ ਰੋਟ ਅ ਬੁੱਕ, ਕਹਿੰਦੇ ਜੀ ਅਵਰ ਹਿੰਦੂ ਰਾਸ਼ਟਰ, ਕਿਸ ਨੇ ਜੀ ਅਵਰ ਹਿੰਦੂ ਰਾਸ਼ਟਰ ਨਾਂ ਦੀ ਇੱਕ ਕਿਤਾਬ ਲਿਖੀ ਆ ਹੁਣ। ਤਾਂ ਇਹ ਹੁਣ ਲਿਖੀ ਹੈ ਜੀ ਅਕਬਰ ਪਾਟਿਲ ਦੇ ਦੁਆਰਾ। ਆਪਸ਼ਨ ਨੰਬਰ ਏ ਬਿਲਕੁਲ ਰਾਈਟ ਆਨਸਰ ਹੈ ਜੀ ਆਪਣਾ, ਅਕਬਰ ਪਾਟਿਲ ਨੇ ਲਿਖੀ ਹੈ ਜਿਹਦਾ ਨਾਂ ਗਾ ਅਵਰ ਹਿੰਦੂ ਰਾਸ਼ਟਰ ਨਾਂ ਦੀ ਕਿਤਾਬ, ਠੀਕ ਹੈ ਜੀ। ਆਪਸ਼ਨ ਨੰਬਰ ਏ ਬਿਲਕੁਲ ਰਾਈਟ ਆਨਸਰ ਹੈ। ਸੋ ਇਹਨਾਂ ਦਾ ਨਾਮ ਧਿਆਨ ਵਿੱਚ ਰੱਖਣਾ। ਦੇਖੋ ਸ਼੍ਰੀ ਅਈਅਰ, ਇਹਨਾਂ ਬਾਰੇ ਆਪਣੇ ਹਾਲ ਹੀ ਦੇ ਵਿੱਚ ਪੜ੍ਹਿਆ ਸੀ। ਦੇਖੋ ਇਹਨਾਂ ਦੀ ਬੁੱਕ ਦਾ ਨਾਂ ਗਾ ਹੂ ਪੇਂਟਡ ਮਾਈ ਲਸਟ ਰੈੱਡ, ਔਰ ਇਸੇ ਤਰੀਕੇ ਨਾਲ ਇਹਨਾਂ ਦੀ ਇੱਕ ਨਾ ਮਿਲਦੀ ਜੁਲਦੀ ਇਸੇ ਨਾਂ ਨਾਲ ਮਿਲਦੀ ਜੁਲਦੀ ਇੱਕ ਕਿਤਾਬ ਹੋਰ ਹੈਗੀ, ਔਰ ਜਿਹਦਾ ਨਾਂ ਗਾ ਹੂ ਪੇਂਟਡ ਮਾਈ ਮਨੀ ਬਾਈਟ, ਠੀਕ ਹੈ ਨਾ। ਤਾਂ ਇਹਦੇ ਬਾਰੇ ਵੀ ਯਾਦ ਰੱਖਣਾ। ਬਾਕੀ ਆਰ ਗਿਰੀਧਰਨ ਕੌਣ ਹੈ ਜੀ, ਇਹਨਾਂ ਦੁਆਰਾ ਇੱਕ ਬੁੱਕ ਲਿਖੀ ਗਈ ਸੀ ਰਾਈਟ ਅੰਡਰ ਯੂਅਰ ਨੋਜ਼, ਔਰ ਜੈ ਰਾਮ ਰਮੇਸ਼ ਇਹਨਾਂ ਨੇ ਇੱਕ ਬੁੱਕ ਲਿਖੀ ਸੀ ਦੀ ਲਾਈਟ ਆਫ ਏਸ਼ੀਆ ਨਾਂ ਦੀ, ਠੀਕ ਹੈ ਨਾ। ਵੈਸੇ ਇਸ ਬੁੱਕ ਦਾ ਪੂਰਾ ਨਾਂ ਸੀ ਦੀ ਲਾਈਟ ਆਫ ਏਸ਼ੀਆ, ਦੀ ਪੋਇਮ ਦੈਟ ਡਿਫਾਈਨਡ ਦੀ ਬੁੱਧਾ, ਠੀਕ ਹੈ ਨਾ, ਯਾਦ ਰੱਖਣਾ। ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ, ਵਿਚ ਇੰਡੀਅਨ ਆਰਮਡ ਫੋਰਸ ਐਂਟਰਡ ਇਨਟੂ ਐਨ ਐਗਰੀਮੈਂਟ ਵਿਦ ਅ ਪ੍ਰਾਈਵੇਟ ਕੰਪਨੀ ਫॉर ਪਰਚੇਜ਼ ਆਫ ਸਵਿਚ ਡਰੋਨ ਫॉर $20 ਮਿਲੀਅਨ। ਦੇਖੋ ਜੀ ਕਹਿੰਦੇ ਕਿਸ ਭਾਰਤੀ ਹਥਿਆਰਬੰਦ ਸੈਨਾ ਨੇ $20 ਮਿਲੀਅਨ ਦੇ ਵਿੱਚ ਸਵਿਚ ਡਰੋਨ ਨੂੰ ਖਰੀਦਣ ਲਈ ਇੱਕ ਨਿੱਜੀ ਕੰਪਨੀ ਨਾਲ ਸਮਝੌਤਾ ਕੀਤਾ ਗਾ। ਦੇਖੋ ਅਗਰ ਆਪਾਂ ਇਹ ਗੱਲ ਕਰੀਏ ਤਾਂ ਇਹ ਆਪਣਾ ਸਮਝੌਤਾ ਕੀਤਾ ਇੰਡੀਅਨ ਆਰਮੀ ਦੇ ਵੱਲੋਂ, ਕਿਹਦੇ ਨਾਲ ਸਮਝੌਤਾ ਕੀਤਾ ਗਿਆ, ਇੱਕ ਨਿੱਜੀ ਕੰਪਨੀ ਦੇ ਨਾਲ। ਕਾਹਦੇ ਲਈ ਕੀਤਾ ਗਿਆ, ਇੱਕ ਸਵਿਚ ਨਾਂ ਦੇ ਡਰੋਨ ਖਰੀਦਣਗੇ ਹੁਣ ਇਹ। ਦੇਖੋ ਜਿਹੜੀ ਨਿੱਜੀ ਕੰਪਨੀ ਹੈ ਇਹਦਾ ਨਾਂ ਹੈਗਾ ਗਾ ਆਈਡੀਆ ਫੋਰੇਜ਼ ਨਾਂ ਦੀ ਕੰਪਨੀ, ਠੀਕ ਹੈ ਨਾ। ਔਰ ਆਈਡੀਆ ਫੋਰੇਜ਼ ਕੰਪਨੀ ਹੁਣ ਅਗਲੇ 1 ਸਾਲ ਦੇ ਵਿੱਚ ਕੀ ਹੈ ਇਹ ਡਰੋਨ ਤਿਆਰ ਕਰਕੇ ਦੇਗੀ ਆਪਣੀ ਇੰਡੀਅਨ ਆਰਮੀ ਨੂੰ, ਠੀਕ ਹੈ ਨਾ। ਔਰ ਇਸ ਬਸ ਡਰੋਨ ਦਾ ਨਾਂ ਯਾਦ ਰੱਖਣਾ ਸਵਿਚ, ਠੀਕ ਹੈ ਨਾ, ਔਰ ਇੰਡੀਅਨ ਆਰਮੀ ਵੱਲੋਂ ਤਿਆਰ ਕਰਵਾਏ ਜਾ ਰਹੇ ਨੇ। ਬਾਕੀ ਆਪਣੀ ਇੰਡੀਅਨ ਆਰਮੀ ਦੇ ਚੀਫ ਕੌਣ ਨੇ, ਮਨੋਜ ਮੁਕੁੰਦ ਨਿਰਮਾਣੇ ਸਾਹਿਬ ਹੈਗੇ ਨੇਗੇ। ਔਰ ਹਾਲ ਹੀ ਦੇ ਵਿੱਚ ਵੈਸੇ ਆਪਾਂ ਇੰਡੀਅਨ ਆਰਮੀ ਡੇ ਵੀ ਸੈਲੀਬ੍ਰੇਟ ਕੀਤਾ 15 ਜਨਵਰੀ ਨੂੰ, ਠੀਕ ਹੈ ਨਾ, ਯਾਦ ਰੱਖਣਾ। ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ ਜੀ, ਵਿਚ ਸਿਟੀ ਟੌਪਡ ਟੌਮ ਟ੍ਰੈਫਿਕ ਇੰਡੈਕਸ 2020। ਦੇਖੋ ਜੀ ਕਹਿੰਦੇ ਟੌਮ ਟ੍ਰੈਫਿਕ ਇੰਡੈਕਸ 2020 ਦੇ ਵਿੱਚ ਕਿਹੜਾ ਸ਼ਹਿਰ ਸਭ ਤੋਂ ਉੱਪਰ 'ਤੇ ਰਿਹਾ। ਤਾਂ ਦੇਖੋ ਜੀ ਇਹ ਟੌਮ ਦੇ ਦੁਆਰਾ ਹੀ ਇੱਕ ਇੰਡੈਕਸ ਜਾਰੀ ਕੀਤਾ ਗਿਆ ਜਿਹਦਾ ਨਾਮ ਹੈ ਟੌਮ ਟ੍ਰੈਫਿਕ ਇੰਡੈਕਸ 2020 ਦਾ, ਔਰ ਇਸ ਇੰਡੈਕਸ ਦੇ ਵਿੱਚ ਟੌਪ 'ਤੇ ਰਿਹਾ ਹੁਣ ਮਾਸਕੋ, ਰਸ਼ੀਆ ਦੀ ਕੈਪੀਟਲ ਹੈ ਮਾਸਕੋ, ਟੌਪ 'ਤੇ ਰਿਹਾ ਗਾ। ਔਰ ਟੌਮ ਟ੍ਰੈਫਿਕ ਇੰਡੈਕਸ ਦੇ ਵਿੱਚ ਪਤਾ ਕੀ ਹੁੰਦਾ ਗਾ, ਜਿਹੜੇ ਸ਼ਹਿਰ ਦੇ ਵਿੱਚ ਸਭ ਤੋਂ ਵੱਧ ਟ੍ਰੈਫਿਕ ਹੈਗਾ, ਠੀਕ ਹੈ ਨਾ, ਤਾਂ ਉਹ ਸ਼ਹਿਰਾਂ ਦੀ ਇੱਕ ਸੂਚੀ ਹੁੰਦੀ ਹੈਗੀ ਇਹ। ਔਰ 2020 ਦੇ ਵਿੱਚ ਕਹਿੰਦੇ ਜੀ ਮਾਸਕੋ ਦੇ ਵਿੱਚ ਸਭ ਤੋਂ ਵੱਧ ਟ੍ਰੈਫਿਕ ਰਿਹਾ ਗਾ, ਤਾਂ ਮਾਸਕੋ ਇਸ ਲਿਸਟ ਵਿੱਚ ਟੌਪ 'ਤੇ ਹੈ। ਬਾਕੀ ਦੂਜੇ ਨੰਬਰ 'ਤੇ ਆਪਣੇ ਭਾਰਤ ਦਾ ਮੁੰਬਈ ਸ਼ਹਿਰ, ਤੀਜੇ ਨੰਬਰ 'ਤੇ ਹੈ ਬਗੋਟਾ ਸ਼ਹਿਰ, ਕੋਲੰਬੀਆ ਦਾ ਸ਼ਹਿਰ ਹੈ ਤੀਜੇ ਨੰਬਰ 'ਤੇ। ਔਰ ਇਸ ਤੋਂ ਇਲਾਵਾ ਆਪਣੇ ਭਾਰਤ ਦਾ ਵੈਸੇ ਬੈਂਗਲੁਰੂ ਸ਼ਹਿਰ ਵੀ ਹੈਗਾ 6ਵੇਂ ਨੰਬਰ 'ਤੇ। ਔਰ ਦਿੱਲੀ ਦੀ ਗੱਲ ਕਰੀਏ ਤਾਂ ਦਿੱਲੀ ਹੈਗਾ ਜੀ 8ਵੇਂ ਨੰਬਰ 'ਤੇ, ਠੀਕ ਹੈ। ਤਾਂ ਇਹ ਯਾਦ ਰੱਖ ਸਕਦੇ ਹੋ, ਵੈਸੇ ਮੇਨ ਤਾਂ ਪਹਿਲੇ ਨੰਬਰ ਵਾਲਾ, ਔਰ ਇਸ ਤੋਂ ਬਾਅਦ ਦੂਜੇ ਨੰਬਰ 'ਤੇ ਹੈ ਮੁੰਬਈ, ਠੀਕ ਹੈ, ਯਾਦ ਰੱਖਣਾ। ਔਰ ਦਿੱਲੀ ਦੀ ਰੈਂਕ ਯਾਦ ਰੱਖ ਸਕਦੇ ਹੋ 8ਵੇਂ ਨੰਬਰ 'ਤੇ ਹੈ। ਔਰ ਇੰਡੈਕਸ ਦਾ ਨਾਮ ਟੌਮ ਟ੍ਰੈਫਿਕ ਇੰਡੈਕਸ ਸੀਗਾ, ਠੀਕ ਹੈ ਜੀ। ਤਾਂ ਇਹਦੇ ਬਾਰੇ ਯਾਦ ਰੱਖਣਾ। ਤਾਂ ਹੁਣ ਵਾਰੀ ਆਉਂਦੀ ਤੁਹਾਡੇ ਲਈ ਜਿਹੜਾ ਕੁਐਸਚਨ ਹੈਗਾ, ਠੀਕ ਹੈ ਨਾ, ਅਭਿਆਸ ਕੁਐਸਚਨ, ਤਾਂ ਇਹਦਾ ਰਾਈਟ ਆਨਸਰ ਜ਼ਰੂਰ ਦੱਸਣਾ। ਤੁਹਾਡੇ ਲਈ ਕੁਐਸਚਨ ਹੈ ਜੀ, ਵਿਚ ਸਟੇਟ ਗੌਰਮੈਂਟ ਸਟਾਰਟਡ ਦੀ ਕੰਪੈਸ਼ਨ ਕੰਪੇਨ 2021। ਦੇਖੋ ਜੀ ਕਹਿੰਦੇ ਕਿਹੜੇ ਰਾਜ ਨੇ ਕਰੁਣਾ ਮੁਹਿੰਮ ਨੂੰ ਸ਼ੁਰੂ ਕੀਤਾ 2021 ਨੂੰ। ਕਿਹੜੇ ਸਟੇਟ ਨੇ ਕੀਤਾ ਜੀ, ਮੱਧ ਪ੍ਰਦੇਸ਼ ਨੇ, ਗੁਜਰਾਤ, ਛੱਤੀਸਗੜ੍ਹ ਜਾਂ ਫਿਰ ਅਰੁਣਾਚਲ ਪ੍ਰਦੇਸ਼ ਦੇ ਦੁਆਰਾ ਇਸ ਕਰੁਣਾ ਮੁਹਿੰਮ ਨੂੰ ਸ਼ੁਰੂ ਕੀਤਾ ਗਿਆ। ਤਾਂ ਰਾਈਟ ਆਨਸਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ। ਸੋ ਦੋਸਤੋ ਇਹ ਸੀ ਆਪਣੀ ਅੱਜ 17 ਅਤੇ 18 ਜਨਵਰੀ ਦੀਆਂ ਜਿੰਨੀਆਂ ਵੀ ਕਰੰਟ ਅਫੇਅਰ ਨਿਊਜ਼ ਬਣਦੀਆਂ ਸੀਗੀਆਂ। ਸੋ ਆਈ ਹੋਪ ਤੁਹਾਨੂੰ ਕਲਾਸ ਵਧੀਆ ਲੱਗੀ ਹੋਏਗੀ ਜੀ। ਤਾਂ ਕਲਾਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਜਾਣਾ, ਠੀਕ ਹੈ। ਔਰ ਕਲਾਸ ਕਿਸ ਤਰ੍ਹਾਂ ਲੱਗੀ ਤਾਂ ਕਮੈਂਟ ਬਾਕਸ ਵਿੱਚ ਕਮੈਂਟ ਵੀ ਕਰ ਸਕਦੇ ਹੋ ਵੈਸੇ। ਸੋ ਓਕੇ ਜੀ, ਧੰਨਵਾਦ, ਟੇਕ ਕੇਅਰ।